कहिए भी मैं तो यही समझती सी कि पंजाब करके ही इंडिया जिहड़ा सोने की चिड़ी सीगा, लेकिन हुण निगार इस तरह का आउण करके पंजाब की इकोनॉमी की हालत जिहड़ी बहुत खराब हो चुकी है। पंजाब के हालात तुहानूं आपां नूं सारिआं नूं ही पता है कि जदों आपां पंजाब कहिए कि 90 के दहाके ਦੇ ਵਿੱਚ ਪਹਿਲਾਂ ਸਾਡੇ ਕੋਲ ਪੰਜਾਬ ਜਿਹੜਾ ਨੰਬਰ 1 ਇਕਨੋਮੀ ਸੀਗੀ ਜੀ, ਜਿਹੜੀ ਕਿ ਸਾਰੀਆਂ ਸਟੇਟਾਂ ਦੇ ਵਿੱਚੋਂ ਉੱਪਰ ਸੀਗੀ, 1 ਜਾਂ 2 ਨੰਬਰ ਦੇ ਉੱਤੇ ਸੀਗੀ, ਜਿਹੜੀ ਕਿ ਹੁਣ ਉੱਤਰ ਕੇ ਆ ਕੇ 12ਵੇਂ ਜਾਂ 13ਵੇਂ ਸਥਾਨ ਦੇ ਉੱਤੇ ਆ ਗਈ ਹੈ। ਸਰਕਾਰਾਂ ਦਾ ਕੰਮ ਬੇਸਿਕਲੀ ਕੀ ਹੁੰਦਾ ਹੈ ਕਿ ਆਪਣੇ ਇਨਕਮ ਦੇ ਸੋਰਸਸ ਨੂੰ ਵਧਾਉਣਾ, ਆਪਣੇ ਸਰੋਤ ਇਨਕਮ ਵਧਾਉਣ, ਖਰਚੇ ਜਿਹੜੇ ਨੇ ਅਨਪ੍ਰੋਡਕਟਿਵ ਖਰਚੇ ਨੇ ਜਿਹੜੇ ਉਹਨਾਂ ਨੂੰ ਘਟਾਉਣਾ ਚਾਹੀਦਾ ਤੇ ਪ੍ਰੋਡਕਟਿਵ ਖਰਚਿਆਂ ਨੂੰ ਵਧਾਉਣਾ ਚਾਹੀਦਾ ਹੈ। एज ए इकोनॉमिस्ट ਤੁਸੀਂ ਇਹਦਾ ਕੀ ਰੀਜ਼ਨ ਮੰਨਦੇ ਹੋ ਕਿ ਇਹਦਾ ਬੇਸਿਕ ਇਹਦੇ ਪਿੱਛੇ ਰੀਜ਼ਨ ਕੀ ਹੈ ਵੀ ਕਿਉਂਕਿ ਸਰਕਾਰਾਂ ਦਾ ਕੰਮ ਤਾਂ ਫੈਸਿਲਿਟੇਟ ਕਰਨਾ ਹੈ। ਹਾਂਜੀ ਬਿਲਕੁਲ ਠੀਕ ਹੈ। ਇਹਦੇ ਪਿੱਛੇ ਹੁਣ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਪੋਲੀਟੀਕਲ ਫੈਕਟਰ ਵੀ ਆ ਜਾਂਦੇ ਨੇ ਜਿਹਦੇ ਕਰਕੇ ਕਿ ਜਿਸ ਤਰ੍ਹਾਂ ਹੁਣ ਆਪਾਂ ਇਹ ਕਹੀਏ ਕਿ ਖਰਚੇ ਜਿਹੜੇ VIP ਕਲਚਰ ਚੱਲ ਰਿਹਾ ਹੈਗਾ ਜਾਂ ਸਿਰਫ ਇਹ ਹੈ ਕਿ ਵੋਟ ਬੈਂਕ ਨੂੰ ਜਨਰੇਟ ਕਰਨ ਕਰਕੇ ਅਲਿਓਰਮੈਂਟ ਦੇਣੀ ਆ ਅਸੀਂ ਵੀ ਵੋਟਾਂ ਸਾਨੂੰ ਚਾਹੀਦੀਆਂ ਨੇ ਡੈਮੋਕ੍ਰੇਸੀ ਦੇ ਵਿੱਚ, ਅਗਲੀ ਵਾਰੀ ਹੁਣ ਸਾਡੀ ਜਿਹੜੀ ਸ਼ੋਰ ਹੋ ਜਾਵੇ ਟਰਮ ਜਿਹੜੀ ਸ਼ੋਰ ਹੋ ਜਾਵੇ ਜਾਂ ਅਸੀਂ ਹੁਣ ਪਾਵਰ ਦੇ ਵਿੱਚ ਆ ਗਏ ਆ ਫਿਰ ਅਗਲੀ ਵਾਰ ਲਈ ਆਉਣਾ ਹੈਗਾ। ਇਹ ਸਾਰੇ ਮੇਨਲੀ ਇਕਨੋਮਿਕ ਐਸਪੈਕਟ ਤੋਂ ਜ਼ਿਆਦਾ ਜਿਹੜਾ ਹੈਗਾ ਪੋਲੀਟੀਕਲ ਜਿਹੜਾ ਫੈਕਟਰ ਹੈ ਉਹ ਜ਼ਿਆਦਾ ਕੰਮ ਕਰਦਾ। ਦੇਖੋ ਆਪਣਾ ਜਿਹੜਾ ਏਜੰਡਾ ਬਣਦਾ, ਮੈਨੀਫੈਸਟੋ ਬਣਦਾ, ਉਹਦੇ ਤੋਂ ਕਿਤੇ ਪਿੱਛੇ ਚਲੇ ਜਾਂਦੇ ਨੇ ਜਿਸ ਵੇਲੇ ਉਹ ਪਾਵਰ ਦੇ ਵਿੱਚ ਆ ਜਾਂਦੇ ਨੇ। ਉਹ ਕੰਸੀਡਰੇਸ਼ਨਸ ਰਹਿੰਦੀਆਂ ਹੀ ਨਹੀਂ ਜੋ ਹੋਣੀਆਂ ਚਾਹੀਦੀਆਂ ਸੀਗੀਆਂ। D4 न्यूज़ देख रहे तमाम दोस्तों को दीपक भंडारी का नमस्कार। आज हम बात करेंगे पंजाब की आर्थिक हालात की। पंजाब सरकार की ओर से हाल ही में एक कमेटी का गठन किया गया है जिसमें मोंटेक सिंह आलूवालिया को इसका प्रधान बनाया गया है। ये एक कमेटी बनी है क्योंकि कोविड के दौरान काफ़ी पंजाब के आर्थिक जो हालात हैं वो ख़राब हुए हैं। इस कमेटी की ओर से एक रिपोर्ट भी जारी की गई है। इन तमाम चीज़ों को लेकर हम बात करेंगे। हमारे साथ हैं गुरु नानक देव यूनिवर्सिटी के इकोनॉमिक्स विभाग की पूर्व प्रोफेसर हैं कुलदीप कौर। इसके अलावा इनके पास कार्यभार है, ये चेयरमैन है डॉक्टर BR अंबेडकर चेयर की। सत श्री अकाल मैडम जी। सत श्री अकाल। D4 न्यूज़ चैनल थोड़ा स्वागत है। थैंक यू जी। एक देखो पंजाब दी पहले तो तुसी देखो इकोनॉमिस्ट हो, पंजाब दी जे असी आर्थिक हालात दी गल करी ते तुसी की समझदे हो पंजाब दे आर्थिक हालात क्या हैं? ਮੌਂਟੇਕ ਸਿੰਘ ਉਹਨਾਂ ਦੀ ਗੱਲ ਤੇ ਸੀ ਉਹਦੇ ਨਾਲ ਬਾਅਦ ਚੋਂ ਕਰਾਂਗੇ। ਹਾਂਜੀ, ਪੰਜਾਬ ਦੇ ਹਾਲਾਤ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਦੋਂ ਆਪਾਂ ਪੰਜਾਬ ਕਹੀਏ ਕਿ 90 ਦੇ ਦਹਾਕੇ ਦੇ ਵਿੱਚ ਪਹਿਲਾਂ ਸਾਡੇ ਕੋਲ ਪੰਜਾਬ ਜਿਹੜਾ ਨੰਬਰ 1 ਇਕਨੋਮੀ ਸੀਗੀ ਜਿਹੜੀ ਕਿ ਸਾਰੀਆਂ ਸਟੇਟਾਂ ਦੇ ਵਿੱਚੋਂ ਉੱਪਰ ਸੀਗੀ, 1 ਜਾਂ 2 ਨੰਬਰ ਦੇ ਉੱਤੇ ਸੀਗੀ, ਜਿਹੜੀ ਕਿ ਹੁਣ ਉੱਤਰ ਕੇ ਆ ਕੇ 12ਵੇਂ ਜਾਂ 13ਵੇਂ ਸਥਾਨ ਦੇ ਉੱਤੇ ਆ ਗਈ ਹੈ। ਸੋ ਮਚ ਸੋ ਅਸੀਂ ਗੱਲ ਕਰੀਏ ਤਾਂ ਪਰ ਕੈਪੀਟਲ ਇਨਕਮ ਦੀ ਗੱਲ ਕਰੀਏ ਜਾਂ ਅਸੀਂ ਆਪਣੀ ਸਟੇਟ ਡੋਮੈਸਟਿਕ ਪ੍ਰੋਡਕਟ ਦੀ ਗੱਲ ਕਰੀਏ ਤੇ ਬਹੁਤ ਪਿੱਛੇ ਨਿਗਾਰ ਆਇਆ। ਇਹਦੇ ਸੈਕਟਰ ਦੇ ਵਿੱਚ ਇੰਡਸਟਰੀਅਲ ਗਰੋਥ ਰੁਕ ਗਈ ਹੋਈ ਹੈ, ਕਿਸੇ ਕਿਸਮ ਦੀ ਸਰਵਿਸਿਜ਼ ਸੈਕਟਰ ਦੀ ਗਰੋਥ ਰੁਕ ਗਈ ਹੋਈ ਹੈ, ਐਗਰੀਕਲਚਰ ਸੈਕਟਰ ਦੀ ਤਾਂ ਪਹਿਲਾਂ ਹੀ ਥੋੜੀ ਡਾਊਨ ਜਾ ਰਹੀ ਸੀਗੀ। ਇਸ ਕਰਕੇ ਜਿਹਨੂੰ ਆਪਾਂ ਜੇ ਕਹੀਏ ਵੀ ਮੈਂ ਤਾਂ ਇਹੀ ਸਮਝਦੀ ਸੀ ਕਿ ਪੰਜਾਬ ਕਰਕੇ ਹੀ ਇੰਡੀਆ ਜਿਹੜਾ ਸੋਨੇ ਦੀ ਚਿੜੀ ਸੀਗਾ, ਲੇਕਿਨ ਹੁਣ ਨਿਗਾਰ ਇਸ ਤਰ੍ਹਾਂ ਦਾ ਆਉਣ ਕਰਕੇ ਪੰਜਾਬ ਦੀ ਇਕਨੋਮੀ ਦੀ ਹਾਲਤ ਜਿਹੜੀ ਬਹੁਤ ਖਰਾਬ ਹੋ ਚੁੱਕੀ ਹੈ। ਪਰ ਸਾਹਿਬ जैसे कि ਇਹਦਾ ਰੀਜ਼ਨ क्या है जी, मेजर रीज़न क्या ਸਰਕਾਰਾਂ ਨੇ ਟਾਈਮ ਟੂ ਟਾਈਮ ਜਿਹੜੇ ਫੈਸਲੇ ਠੀਕ ਨਹੀਂ ਲਏ ਇਹਦੇ ਜਾਂ ਕੁਝ ਨੀਤੀਆਂ ਇਸ ਤਰ੍ਹਾਂ ਦੀਆਂ ਜੀ ਇਹਨਾਂ ਦੀਆਂ? ਬਿਲਕੁਲ ਮੈਂ ਇਹਦੇ ਤੇ ਆਵਾਂਗੀ ਕਿ ਨੀਤੀਆਂ ਜਿਹੜੀਆਂ ਸਰਕਾਰ ਦੀਆਂ ਉਹ ਬਿਲਕੁਲ ਸਮੇਂ ਦੇ ਨਾਲ ਬਦਲਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਹੈ। ਹਾਲਾਤਾਂ ਦੇ ਹਿਸਾਬ ਦੇ ਨਾਲ ਨੀਤੀਆਂ ਜਿਹੜੀਆਂ ਫਾਰਮੂਲੇਟ ਹੋਣੀਆਂ ਬਣਨੀਆਂ ਚਾਹੀਦੀਆਂ ਹੁੰਦੀਆਂ ਨੇ, ਜਿਹਦੇ ਕਰਕੇ ਜੇ ਦੇਖੋ ਖਰਚੇ ਜਿਹੜੇ ਨੇ ਸਰਕਾਰਾਂ ਦਾ ਕੰਮ ਬੇਸਿਕਲੀ ਕੀ ਹੁੰਦਾ ਹੈ ਕਿ ਆਪਣੇ ਇਨਕਮ ਦੇ ਸੋਰਸਸ ਨੂੰ ਵਧਾਉਣਾ, ਆਪਣੇ ਸਰੋਤ ਇਨਕਮ ਵਧਾਉਣ, ਖਰਚੇ ਜਿਹੜੇ ਨੇ ਅਨਪ੍ਰੋਡਕਟਿਵ ਖਰਚੇ ਨੇ ਜਿਹੜੇ ਉਹਨਾਂ ਨੂੰ ਘਟਾਉਣਾ ਚਾਹੀਦਾ ਤੇ ਪ੍ਰੋਡਕਟਿਵ ਖਰਚਿਆਂ ਨੂੰ ਵਧਾਉਣਾ ਚਾਹੀਦਾ ਹੈ। ਹੁਣ ਜੇ ਇਹ ਇੱਕ ਲਾਈਨ ਜਿਹੜੀ ਫੋਲੋ ਕਰ ਲਵੇ ਸਰਕਾਰਾਂ ਕਰ ਲੈਣ ਕਿ ਆਪਣੇ ਸੋਰਸਸ ਲੱਭਣ, ਆਪਣੇ ਸਾਧਨ ਲੱਭਣ ਵੀ ਕਿੱਥੋਂ ਅਸੀਂ ਆਪਣੀ ਇਨਕਮ ਨੂੰ ਜਨਰੇਟ ਕਰਨਾ ਹੈ, ਤੇ ਦੂਸਰੇ ਪਾਸੇ ਆਪਣੇ ਖਰਚੇ ਜਿਹੜੇ ਨੇ ਅਨਪ੍ਰੋਡਕਟਿਵ ਖਰਚੇ ਨੇ ਉਹਨਾਂ ਨੂੰ ਘਟਾ ਲਿਆ ਜਾਵੇ ਤੇ ਪ੍ਰੋਡਕਟਿਵ ਕੰਮਾਂ ਵੱਲ ਜਿਹੜੇ ਇਨਵੈਸਟਮੈਂਟ, ਮੈਂ ਇਹ ਨਹੀਂ ਕਹਿੰਦੀ ਕਿ ਖਰਚੇ ਨਹੀਂ ਕਰਨੇ, ਬਟ ਪ੍ਰੋਡਕਟਿਵ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਜਿਹਦੇ ਨਾਲ ਮਲਟੀਪਲਾਇਰ ਇਫੈਕਟ ਹੋਵੇ, ਜਿਹਨੂੰ ਆਪਾਂ ਕਈ ਗੁਣਾ ਇਨਕਮ ਜਿਹੜੀ ਵੱਧ ਕੇ ਸਾਡੇ ਸਾਹਮਣੇ ਆਵੇ। ਇਹੋ ਜਿਹਾ ਜਿਹੜਾ ਸਰਕਾਰ ਵੱਲੋਂ ਇਹ ਪਾਲਿਸੀਆਂ ਜਿਹੜੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਜਿਹਦੀ ਕਿ ਹਮੇਸ਼ਾ ਹੀ ਇੱਥੇ ਘਾਟ ਰਹੀ ਹੈਗੀ ਹੈ। ਇਹਦਾ ਤੁਸੀਂ ਦੇਖੋ ਐਜ਼ ਅ ਇਕਨੋਮਿਸਟ ਤੁਸੀਂ ਇਹਦਾ ਕੀ ਰੀਜ਼ਨ ਮੰਨਦੇ ਹੋ ਕਿ ਇਹਦਾ ਬੇਸਿਕ ਇਹਦੇ ਪਿੱਛੇ ਰੀਜ਼ਨ ਕੀ ਹੈ ਵੀ ਕਿਉਂਕਿ ਸਰਕਾਰਾਂ ਦਾ ਕੰਮ ਤਾਂ ਫੈਸਿਲਿਟੇਟ ਕਰਨਾ ਹੈ। ਹਾਂਜੀ ਬਿਲਕੁਲ ਠੀਕ ਹੈ। ਇਹਦੇ ਪਿੱਛੇ ਹੁਣ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਪੋਲੀਟੀਕਲ ਫੈਕਟਰ ਵੀ ਆ ਜਾਂਦੇ ਨੇ
ਜਿਹਦੇ ਕਰਕੇ ਕਿ ਜਿਸ ਤਰ੍ਹਾਂ ਹੁਣ ਆਪਾਂ ਇਹ ਕਹੀਏ ਕਿ ਭਰਤੀਆਂ ਵੀ ਕਈ ਵਾਰੀ ਕਰਦੇ ਆ, ਜਾਂ ਅਸੀਂ ਇਹ ਕਹੀਏ ਕਿ ਖਰਚੇ ਜਿਹੜੇ VIP ਕਲਚਰ ਚੱਲ ਰਿਹਾ ਹੈਗਾ, ਜਾਂ ਸਿਰਫ ਇਹ ਆ ਕਿ ਵੋਟ ਬੈਂਕ ਨੂੰ ਜਨਰੇਟ ਕਰਨ ਕਰਕੇ ਅਲਿਓਰਮੈਂਟ ਦੇਣੀ ਆ ਅਸੀਂ ਵੀ ਵੋਟਾਂ ਸਾਨੂੰ ਚਾਹੀਦੀਆਂ ਨੇ ਡੈਮੋਕ੍ਰੇਸੀ ਦੇ ਵਿੱਚ, ਅਗਲੀ ਵਾਰੀ ਹੁਣ ਸਾਡੀ ਜਿਹੜੀ ਸ਼ੋਰ ਹੋ ਜਵੇ ਟਰਮ ਜਿਹੜੀ ਸ਼ੋਰ ਹੋ ਜਵੇ, ਜਾਂ ਜਸਟਿਨ ਪਾਵਰ ਦੇ ਵਿੱਚ ਆ ਗਏ ਆ ਫਿਰ ਅਗਲੀ ਵਾਰ ਲਈ ਆਉਣਾ ਹੈਗਾ। ਇਹ ਸਾਰੇ ਮੇਨਲੀ ਇਕਨੋਮਿਕ ਐਸਪੈਕਟ ਤੋਂ ਜ਼ਿਆਦਾ ਜਿਹੜਾ ਹੈਗਾ ਪੋਲੀਟੀਕਲ ਜਿਹੜਾ ਫੈਕਟਰ ਹੈ ਉਹ ਜ਼ਿਆਦਾ ਕੰਮ ਕਰਦਾ ਹੈ। ਮਤਲਬ ਤੁਹਾਨੂੰ ਲੱਗਦਾ ਹੈ ਵੀ ਸਰਕਾਰਾਂ ਨੂੰ ਜਿਹੜਾ ਕੰਮ 5 ਸਾਲ ਵਾਸਤੇ ਕਰਨਾ ਚਾਹੀਦਾ ਹੈ, ਜਦੋਂ ਮੰਨ ਲਓ 2017 ਦੇ ਇਲੈਕਸ਼ਨ ਹੋਏ, ਹੁਣ 2022 ਚ ਹੋਣੇ ਆ, ਵੀ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨੂੰ ਉਹ ਕੰਮ ਕਰਨ ਦੀ ਬਜਾਏ ਇਹਨਾਂ ਦਾ ਫੋਕਸ ਨੈਕਸਟ ਇਲੈਕਸ਼ਨ ਜਿੱਤਣ ਤੇ ਹੋ ਜਾਂਦਾ ਹੈ ਵੀ ਇਹ ਇਲੈਕਸ਼ਨ ਕਿਸ ਤਰ੍ਹਾਂ ਜਿੱਤੇ ਜਾਣ? ਹਾਂ ਬਿਲਕੁਲ ਐਗਜ਼ੈਕਟਲੀ ਇਹੀ ਹੁੰਦਾ ਹੈ। ਦੇਖੋ ਆਪਣਾ ਜਿਹੜਾ ਏਜੰਡਾ ਬਣਦਾ, ਮੈਨੀਫੈਸਟੋ ਬਣਦਾ, ਉਹਦੇ ਤੋਂ ਕਿਤੇ ਪਿੱਛੇ ਚਲੇ ਜਾਂਦੇ ਨੇ ਜਿਸ ਵੇਲੇ ਉਹ ਪਾਵਰ ਦੇ ਵਿੱਚ ਆ ਜਾਂਦੇ ਨੇ। ਉਹ ਕੰਸੀਡਰੇਸ਼ਨਸ ਰਹਿੰਦੀਆਂ ਹੀ ਨਹੀਂ ਜੋ ਹੋਣੀਆਂ ਚਾਹੀਦੀਆਂ ਸੀਗੀਆਂ। ਵਾਅਦੇ ਜੋ ਕੀਤੇ ਜਾਂਦੇ ਨੇ, ਵਾਅਦੇ ਵੀ ਇਸ ਤਰ੍ਹਾਂ ਕੀਤੇ ਜਾਂਦੇ ਨੇ ਕਿ ਹਵਾ ਦੇ ਵਿੱਚ ਵਾਅਦੇ ਹੁੰਦੇ ਨੇ। ਤੁਹਾਡੇ ਐਕਸਚੈਕਰ 'ਚ ਪੈਸਾ ਨਹੀਂ ਹੈ, ਤੁਸੀਂ ਵਾਅਦੇ ਜਿਹੜੇ ਕਰ ਲੈਂਦੇ ਹੋ ਤੇ ਉਹਨੂੰ ਪੂਰੇ ਕਰਨ ਵਾਸਤੇ ਵਨ ਵੇ ਔਰ ਦਾ ਅਦਰ ਤੁਸੀਂ ਲੋਨ ਲੈਂਦੇ ਹੋ, ਤੁਸੀਂ ਇਧਰੋਂ ਉਧਰੋਂ ਹੱਥ ਪੈਰ ਮਾਰਦੇ ਹੋ। ਜਿਹੜਾ ਵੀ ਕੋਈ ਇੰਸਟੀਟਿਊਸ਼ਨ ਜਾਂ ਆਰਗੇਨਾਈਜੇਸ਼ਨ ਪ੍ਰੋਫਿਟ ਮੇਕਿੰਗ ਯੂਨਿਟ ਹੁੰਦਾ ਉਹਦੇ ਤੋਂ ਤੁਸੀਂ ਲੋਨ ਲੈ ਲੈਂਦੇ ਹੋ ਤੇ ਉਹਨਾਂ ਦੀ ਵੀ ਖਸਤਾ ਹਾਲਤ ਕਰ ਦਿੰਦੇ ਹੋ, ਤੇ ਬਾਕੀ ਦੇ ਜਿਹੜੇ ਫ੍ਰੀ ਬੀਜ਼ ਜਿਹੜੀਆਂ ਨੇ ਤੁਸੀਂ ਉਧਰ ਦਿੰਦੇ ਹੋ। ਹਾਂ ਇਹ ਵੀ ਮੈਂ ਨਹੀਂ ਕਹਿੰਦੀ ਵੀ ਚਲੋ ਨਹੀਂ ਦਿੱਤੀਆਂ ਸਬਸਿਡੀਜ਼ ਨਹੀਂ ਹੋਣੀਆਂ ਚਾਹੀਦੀਆਂ ਨੇ, ਬਟ ਸਬਸਿਡੀਜ਼ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਜਿਹੜੀਆਂ ਫ੍ਰੀ ਬੀਜ਼ ਹੋਣੀਆਂ ਚਾਹੀਦੀਆਂ ਨੇ ਉਹ ਟਾਰਗੇਟਡ ਹੋਣੀਆਂ ਚਾਹੀਦੀਆਂ ਨੇ, ਉਹਨਾਂ ਲੋਕਾਂ ਕੋਲ ਹੀ ਜਾਣੀਆਂ ਚਾਹੀਦੀਆਂ ਨੇ ਜਿਹੜੇ ਇਹਨਾਂ ਨੂੰ ਡਿਜ਼ਰਵ ਕਰਦੇ ਨੇ, ਜਿਨ੍ਹਾਂ ਨੂੰ ਵਰਚੁਅਲੀ ਇਹਨਾਂ ਦੀ ਲੋੜ ਹੈ। ਕਿਉਂਕਿ ਆਫਟਰ ਆਲ ਉਹ ਉਸ ਹਾਲਤ ਦੇ ਵਿੱਚ ਜੇ ਅਸੀਂ ਕਹੀਏ ਕਿ ਜਿਸ ਤਰ੍ਹਾਂ ਹੁਣ ਇਸ ਖਾਸ ਗੱਲ ਕਰੀਏ ਕਿ ਪਾਵਰ ਸਬਸਿਡੀ ਦੀ ਹੀ ਗੱਲ ਕਰਦੇ ਹਾਂ ਅਸੀਂ, ਸਬਸਿਡੀ ਦੇ ਵਿੱਚ ਜੇ ਮੈਂ ਆਵਾਂ ਤਾਂ ਪਾਵਰ ਸਬਸਿਡੀ ਸਾਡੇ ਕੋਲ 18% ਤੋਂ ਜ਼ਿਆਦਾ ਸਾਡਾ ਜਿਹੜਾ ਰੈਵਨਿਊ ਰਿਸੀਟਸ ਹੈ ਉਹਦੇ ਨਾਲੋਂ ਜ਼ਿਆਦਾ 18% ਸਾਡਾ ਖਰਚ। ਮੈਂ ਤੁਹਾਨੂੰ ਕੱਟ ਰਿਹਾ ਜੀ, ਮੈਂ ਮਨਟੇਕ ਸਿੰਘ ਆਹਲੂਵਾਲੀਆ ਨੇ ਵੀ ਸ਼ਾਇਦ ਅੱਜ ਇਹਦੀ ਗੱਲ ਕੀਤੀ ਹੈ। ਹਾਂਜੀ ਤੇ ਕਿਉਂਕਿ ਅਸੀਂ ਉਸ ਟੌਪਿਕ ਤੇ ਆਣਾ ਹੀ ਸੀਗਾ, ਮੈਂ ਤੁਹਾਨੂੰ ਕਿਹਾ ਮਨਟੇਕ ਸਿੰਘ ਆਹਲੂਵਾਲੀਆ ਦੀ ਜਿਹੜੀ ਰਿਪੋਰਟ ਹੈ ਉਹਦੇ 'ਚ ਉਹਨਾਂ ਨੇ ਪਾਵਰ ਸਬਸਿਡੀ ਨੂੰ ਲੈ ਕੇ ਕੀ ਗੱਲ ਕੀਤੀ ਵੀ ਨਹੀਂ ਦੇਣੀ ਚਾਹੀਦੀ। ਉਹਨਾਂ ਨੇ ਇਹ ਕਿਹਾ ਕਿ ਪਾਵਰ ਸਬਸਿਡੀ ਦੇਣ ਦਾ ਮਤਲਬ ਬੇਸਿਕਲੀ ਤਾਂ ਉਹਨਾਂ ਨੇ ਇਹੀ ਕਿਹਾ ਪਰ ਰੈਸ਼ਨਲਾਈਜ਼ ਹੋਣੀ ਚਾਹੀਦੀ ਹੈ। ਤੇ ਮੇਰੇ ਪਰਸਨਲ ਓਪੀਨੀਅਨ ਵੀ ਇਹੀ ਹੈਗੀ ਹੈ ਵੀ ਜਿੱਦਾਂ ਮੈਂ ਹੁਣੇ ਵੀ ਗੱਲ ਕੀਤੀ ਹੈ ਕਿ ਟਾਰਗੇਟਡ ਹੋਣੀਆਂ ਚਾਹੀਦੀਆਂ ਕਿ ਜਿਹੜੇ ਲੋਕਾਂ ਨੂੰ ਚਾਹੀਦੀ ਹੈ ਸਬਸਿਡੀ। ਇਹ ਨਹੀਂ ਵੀ ਦਿਓ ਤੁਸੀਂ ਇਲੈਕਟ੍ਰਿਸਿਟੀ ਦਿਓ, ਪਾਵਰ ਦਿਓ, ਐਗਰੀਕਲਚਰ ਸੈਕਟਰ ਨੂੰ ਪਾਰਟਿਕੂਲਰਲੀ ਪਾਵਰ ਕੱਟ ਲੱਗਦੇ ਨੇ, ਬਾਰ-ਬਾਰ ਉੱਥੇ ਸਪਲਾਈ ਨਹੀਂ ਹੁੰਦੀ, ਉਹਨਾਂ ਨੂੰ ਆਪਣੀ ਕੈਪਟਿਵ ਪਾਵਰ ਜਿਹੜੀ ਡੀਜ਼ਲ ਯੂਜ਼ ਕਰਕੇ ਜਨਰੇਟ ਕਰਨੀ ਪੈਂਦੀ ਹੈ ਜਿਹਦੀ ਕਿ ਕਾਸਟ ਕਈ ਗੁਣਾ ਜ਼ਿਆਦਾ। ਜੇ ਤੁਸੀਂ ਵਾਅਦਾ ਕਰਦੇ ਹੋ ਕਿ 8 ਘੰਟੇ ਦੀ ਅਸੀਂ ਅਨਇੰਟਰਪਟਡ ਜਿਹੜੇ ਨਿਰਵਿਘਨ ਸਪਲਾਈ ਦੇਵਾਂਗੇ ਤੇ ਉਹ ਦਿੱਤੀ ਜਾਣੀ ਚਾਹੀਦੀ ਹੈ, ਚਾਹੇ ਉਹਦੀ ਥੋੜੀ ਕਾਸਟ ਰਿਕਵਰ ਕਰ ਲਓ। ਮੇਰਾ ਐਜ਼ ਐਨ ਇਕਨੋਮਿਸਟ ਤਾਂ ਇਹੀ ਵਿਊ ਪੁਆਇੰਟ ਹੈ ਕਿ ਤੁਸੀਂ ਕਮ ਸੇ ਕਮ ਮੀਟਰ ਲਗਾ ਦਿਓ ਉੱਥੇ ਕਿ ਇੰਨੇ ਯੂਨਿਟ ਉਸ ਲੈਂਡ ਹੋਲਡਿੰਗ ਨੂੰ ਚਾਹੀਦੇ ਨੇ, ਘੱਟੋ ਘੱਟ ਉੱਥੇ ਜਿਹੜੀ 8 ਘੰਟੇ ਦੀ ਸਪਲਾਈ ਦੇ ਲਈ ਇੰਨੇ ਚਾਹੀਦੇ ਨੇ ਉਹ ਉਹਨਾਂ ਨੂੰ ਦੇ ਦਿਓ। ਉਸ ਤੋਂ ਬਾਅਦ ਵੀ ਜੇ ਕੰਜ਼ੰਪਸ਼ਨ ਹੁੰਦੀ ਹੈ ਤਾਂ ਉਹਦੇ ਤੇ ਤੁਸੀਂ ਹਲਕਾ ਜਿਹਾ ਉਹਨਾਂ ਤੋਂ ਚਾਰਜ ਵੀ ਕੀਤਾ ਜਾ ਸਕਦਾ ਹੈ, ਕਿਉਂਕਿ ਆਫਟਰ ਆਲ ਇਹ PSPCL ਦੀ ਹੈਲਥ ਦਾ ਵੀ ਸਵਾਲ ਹੈ। ਜੀ ਮੇਰਾ ਇਹਦੇ ਨਾਲ ਦਾ ਇੱਕ ਸਵਾਲ ਹੈ ਜੀ, ਦੇਖੋ ਤੁਸੀਂ ਕਿਹਾ ਵੀ ਉਹਨਾਂ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ, ਪਰ ਦੇਖੋ ਨਾ ਆਮ ਤੌਰ ਤੇ ਦੇਖਣ 'ਚ ਆਇਆ ਸਰਕਾਰ ਵਿਧਵਾ ਪੈਨਸ਼ਨ ਦਿੰਦੀ ਹੈ, ਆਟਾ ਦਾਲ ਸਕੀਮ ਦਿੰਦੀ ਹੈ, ऐसे कई केसेस सामने आए हैं। हज़ारां लोगों ने ਜਿਹੜੇ ਲੋਕਾਂ ਨੂੰ ਜ਼ਰੂਰਤ ਨਹੀਂ ਸੀ, ਮਤਲਬ ਉਹਨਾਂ ਦੇ ਘਰ 4-4 ਗੱਡੀਆਂ AC ਲੱਗੇ ਹੋਏ हैं, ਉਹ ਵੀ ਇਹ ਫੈਸਿਲਿਟੀਜ਼ ਦਾ ਫਾਇਦਾ ਲੈ ਰਹੇ ਹਨ। ਨੰਬਰ 1 ਨੰਬਰ 2 ਸਰਕਾਰ ਨੇ ਕਿਹਾ ਕਿ ਅਸੀਂ ਜਿਹੜੀ ਹੈ ਕਿ ਇਹਨਾਂ ਕੋਲੋਂ ਰਿਕਵਰੀ ਕਰਾਂਗੇ। ਤੁਹਾਨੂੰ ਤੁਸੀਂ ਦੇਖਿਆ ਹੋਣਾ ਜੀ ਵੀ ਜਿਹੜੇ ਇਹਨਾਂ ਨੇ ਬਹੁਤ ਸਾਰੇ ਪੈਸੇ ਲਏ, ਪਰ ਇਹ ਦੇਖੋ ਜਦੋਂ ਇਹ ਲੋਕ ਕਿਉਂਕਿ ਸਰਕਾਰਾਂ ਨੂੰ ਜਿਨ੍ਹਾਂ ਚੀਜ਼ਾਂ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ, ਮਤਲਬ ਉਹਦੇ ਉੱਪਰ ਚੈੱਕ ਰੱਖਣਾ ਚਾਹੀਦਾ, ਉਹਦੇ 'ਚ ਇਹਨਾਂ ਦੀ ਬਹੁਤ ਜ਼ਿਆਦਾ ਕਿਉਂਕਿ ਵੋਟ ਬੈਂਕ ਦੀ ਰਾਜਨੀਤੀ ਹੈ, ਇਸ ਕਰਕੇ ਪੰਜਾਬ, ਤੁਹਾਨੂੰ ਕੀ ਲੱਗਦਾ ਕਿ ਇਸ ਕਰਕੇ ਵੀ ਪੰਜਾਬ ਦਾ ਜਿਹੜਾ ਜੋ ਆਰਥਿਕ ਪੱਖੋਂ ਪਿਛੜ ਰਿਹਾ? ਬਿਲਕੁਲ ਜੀ, ਉਹਦੇ 'ਚ ਵੀ ਹੁਣ ਜੇ ਤੁਸੀਂ ਬੈਨੀਫਿਸ਼ਰੀਜ਼ ਤੁਹਾਡੇ ਕੋਲ ਅਮਾਉਂਟ ਉਹਨਾਂ ਬੈਨੀਫਿਸ਼ਰੀਜ਼ ਜਿਹੜੇ ਨੇ 2000 ਤੁਹਾਡੇ ਕੋਲ ਗੋਸਟ ਬੈਨੀਫਿਸ਼ਰੀਜ਼ ਨੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਆਇਡੈਂਟੀਫਾਈ ਕਰਦੇ ਵਰਚੁਅਲੀ ਉਹਨਾਂ ਦੇ ਵਿੱਚੋਂ? ਔਰ ਮੇਰੇ ਆਪਣੇ ਪ੍ਰੈਕਟੀਕਲੀ ਦੇਖਣ ਦੇ ਵਿੱਚ ਆਇਆ ਕਿ ਪਿੰਡਾਂ ਦੇ ਵਿੱਚ ਉਹ ਲੋਕੀ ਕੋਈ ਵਿਡੋ ਪੈਨਸ਼ਨ ਵੀ ਲੈ ਰਿਹਾ, ਉਹਦੇ ਵਿੱਚੋਂ ਆਟਾ ਦਾਲ ਸਕੀਮ ਵੀ ਅਵੇਲ ਕਰ ਰਹੇ ਨੇ। ਆਟਾ ਦਾਲ ਜਿਹੜੀ ਸਕੀਮ ਉਹ ਜਿਹੜੇ ਅਵੇਲ ਕਰਦੇ ਨੇ ਉਹ ਇੰਨੀ ਕੁ ਜ਼ਿਆਦਾ ਲੈਂਦੇ ਨੇ ਕਿ ਪਰ ਮੈਂਬਰ ਮਿਲਦਾ ਤੇ ਉਹ ਮਾਰਕੀਟ ਦੇ ਵਿੱਚ ਓਪਨ ਮਾਰਕੀਟ ਦੇ ਵਿੱਚ ਵਿਕਦੀ ਹੈ ਜਾ ਕੇ। ਫਿਰ ਉਹਦੇ ਸਭ ਓਪਨ ਸੀਕ੍ਰੇਟ ਦੀ ਸਭ ਡਿਪੂਆਂ ਵਾਲੇ ਰਲੇ ਹੋਏ ਨੇ, ਬਿਲਕੁਲ ਡਿਪੋ ਵਾਲੇ ਸਾਰੇ ਪਾਸੇ ਨੈਕਸਸ ਬਣ ਚੁੱਕਿਆ ਹੋਇਆ। ਮੈਂ ਤੁਹਾਨੂੰ ਦੱਸਦਾ ਜੀ, ਪਿੱਛੇ ਇੱਕ ਮੀਟਿੰਗ ਹੋਈ ਹੈ, ਉਹ ਸਾਡੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਲਈ ਸੀ, ਡਿਸਟ੍ਰਿਕਟ ਗ੍ਰੀਵੈਂਸਸ ਕਮੇਟੀ ਦੀ। ਉੱਥੋਂ ਨੇ ਓਪਨਲੀ ਕਿਹਾ ਵੀ ਫੂਡ ਸਪਲਾਈ ਜਿਹੜੇ ਡਿਪਾਰਟਮੈਂਟ ਦੇ ਜਿਹੜੇ ਇੰਸਪੈਕਟਰ ਨੇ ਉਹ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੰਦੇ ਹੀ ਨਹੀਂ, ਇਹ ਵਿਕਦਾ ਹੈ ਨਾਲ ਡਿਪੋ ਦੇ ਨਾਲ ਰਲ ਕੇ। ਨੈਕਸਸ ਹੈ, ਮੈਂ ਤਾਂ ਤੁਹਾਨੂੰ ਕਿਹਾ ਕਿ ਨੈਕਸਸ ਬਣ ਚੁੱਕਿਆ ਹੈ ਜੀ ਜਿਹੜਾ ਪ੍ਰਸ਼ਭ ਇੱਕ ਜਿਵੇਂ ਉਹਨਾਂ ਨੇ ਆਹਲੂਵਾਲੀਆ ਸਾਹਿਬ ਨੇ ਕਿਹਾ, ਦੇਖੋ ਇਹ ਜਿਹੜਾ ਨੈਕਸਸ ਤੋੜਨਾ ਤੇ ਸਰਕਾਰਾਂ ਦਾ ਕੰਮ ਹੈ, ਪਰ ਸਰਕਾਰਾਂ ਦਾ ਧਿਆਨ ਹੋਣਾ ਚਾਹੀਦਾ ਹੈ, ਵੋਟ ਬੈਂਕ ਦੀ ਰਾਜਨੀਤੀ ਹੈ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਜਦੋਂ ਇੱਕ ਵਾਰੀ ਜਿੱਤ ਕੇ ਤੇ ਅਗਲੇ 5 ਸਾਲਾਂ ਦਾ ਅਸੀਂ ਪਲਾਨਿੰਗ ਕਰਨ ਬਹਿ ਜਾਂਦੇ ਹਾਂ ਤੇ ਅਸੀਂ ਫਿਰ ਕਿਸ ਤਰ੍ਹਾਂ ਪਰਫਾਰਮ ਕਰਾਂਗੇ ਸਭ ਨੂੰ ਪਤਾ ਜੀ। ਇੱਕ ਪ੍ਰਸ਼ਭ ਉਹਨਾਂ ਨੇ ਇੱਕ ਇਹ ਵੀ ਗੱਲ ਕੀਤੀ ਹੈ, ਪ੍ਰੋਫੈਸ਼ਨਲ ਟੈਕਸ ਲਾਉਣ ਦੀ ਗੱਲ ਕੀਤੀ, ਵੀ
12000 ਪ੍ਰੋਫੈਸ਼ਨਲ ਟੈਕਸ ਲਾਤਾ ਜਾਵੇ ਤੇ ਟੈਕਸ ਇਹ ਤੇ ਉਹਨਾਂ ਦੇ ਲੱਗੇਗਾ ਜਿਹੜੇ ਆਲਰੇਡੀ ਟੈਕਸ ਦੇ ਰਹੇ ਹਨ। ਆਲਰੇਡੀ ਇਨਕਮ ਟੈਕਸ ਵੀ ਦੇ ਰਹੇ ਨੇ ਉਹ ਲੋਕੀ ਤੇ ਪ੍ਰੋਫੈਸ਼ਨਲ ਟੈਕਸ ਵੀ ਦੇਣਗੇ ਤੇ ਫਿਰ ਪਹਿਲੇ ਵੀ ਆਲਰੇਡੀ ਵੀ ਦੇ ਰਹੇ ਨੇ। ਓਵਰਬਰਡਨਡ ਉਹ ਹੈਗੇ ਨੇ ਕਿ ਉਹਨਾਂ ਦੇ ਉੱਤੇ ਕੋਵਿਡ ਦਾ ਕੋਈ ਅਸਰ ਨਹੀਂ, ਕਿ ਉਹਨਾਂ ਦੇ ਲਈ ਮਤਲਬ ਮੈਂ ਗੱਲ ਕਰੀਏ ਕਿ ਉਹਨਾਂ ਦੇ ਜੇ ਸਰਕਾਰਾਂ ਦੂਜੇ ਲੋਕਾਂ ਦੇ ਲਈ ਪ੍ਰੋਫੈਸ਼ਨਲ ਟੈਕਸ ਨਹੀਂ ਚਾਹੀਦਾ, ਮੇਰੇ ਹਿਸਾਬ ਦੇ ਨਾਲ ਇਹ ਕੀ ਹੋਣਾ ਚਾਹੀਦਾ ਕਿ ਪ੍ਰੋਗਰੈਸਿਵ ਟੈਕਸ ਹੋ ਜਾਵੇ ਕੋਈ ਇਸ ਤਰੀਕੇ ਦਾ ਵੀ ਜਿਹਦੀ ਇਨਕਮ ਸਲੈਬ ਹਾਇਰ ਹੈਗੀ ਹੈ, ਜਿਹੜੀ ਉਸੇ ਤਰੀਕੇ ਲੰਪਸਮ ਟੈਕਸ ਨਹੀਂ, ਜਿਹਦੀ ਇਨਕਮ ਸਲੈਬ ਹਾਇਰ ਹੈਗੀ ਹੈ ਉਹ ਲੋਕੀ ਉਹ ਟੈਕਸ ਦੇਣ ਉਹਦੇ ਵਿੱਚੋਂ ਕਰਦੇ ਵਿੱਚ ਹੁੰਦੇ ਜਾਣਾ। ਨਹੀਂ ਪਰ ਦੇਖੋ ਨਾ ਜੀ ਗੱਲ ਇਹ ਹੈ ਕਿ ਟੈਕਸ ਤੁਸੀਂ ਲਗਾ ਲਿਆ, ਟੈਕਸ ਲਗਾ ਕੇ ਚਲੋ ਕਲੈਕਸ਼ਨ ਵੀ ਹੋ ਗਈ ਉਹਦੇ ਚੋਂ, ਕੁਝ ਲੋਕੀ ਵੇਟ ਕਰਦੇ ਨੇ, ਕੁਝ ਲੋਕੀ ਜਿਹੜੇ ਸਿਟਿੰਗ ਡਕਸ ਨੇ ਜਿਵੇਂ ਸਰਕਾਰੀ ਮੁਲਾਜ਼ਮ ਨੇ ਜਾਂ ਜਿਹੜੇ ਇਨਕਮ ਟੈਕਸ ਦੇ ਰਹੇ ਨੇ ਉਹ ਆਲਰੇਡੀ ਦੇ ਵੀ ਰਹੇ ਨੇ, ਪਰ ਉਹਦੀ ਜੇ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਹੋਣੀ, ਜੇ ਉਹਦੇ ਵਿੱਚੋਂ ਲੀਕੇजेस ਹੀ ਹੋਣੀਆਂ ਨੇ, ਜੇ ਲੋਕਾਂ ਦੇ ਵੈਲਫੇਅਰ ਲਈ ਨਹੀਂ ਯੂਜ਼ ਹੋਣਾ ਤਾਂ ਕਿਉਂ ਕੋਈ ਦੇਗਾ। ਨਹੀਂ ਪਰ ਸਾਹਿਬ ਦੇਖੋ ਇਹ ਬਹੁਤ ਵੱਡਾ ਦਰਸ਼ਕ ਵੀ ਸਵਾਲ ਜਾਨਣਾ ਜ਼ਿਆਦਾ ਜਵਾਬ ਜਾਨਣਾ ਚਾਹਣਗੇ ਵੀ ਟੈਕਸ ਪੇਅਰ ਤਾਂ ਦੇਖੋ ਜੀ ਆਲ ਓਵਰ ਇੰਡੀਆ 'ਚ ਅਸੀਂ ਗੱਲ ਕਰੀਏ 1.5 ਜਾਂ 2% ਹੈ। ਹਾਂਜੀ ਤੇ ਉਹਨਾਂ ਦਾ ਹੀ ਗਲਾ ਘੁੱਟੀ ਜਾਓ ਤੇ ਬਾਕੀਆਂ ਤੇ ਆਪਣਾ ਸਭ ਕੁਝ ਫ੍ਰੀ ਕਰੀ ਜਾਓ। ਹਾਂ ਬਿਲਕੁਲ, ਇੱਥੇ ਆ ਕੇ ਹੀ ਤਾਂ ਫਿਰ ਟੈਕਸ ਪੇਅਰ ਦੀ ਵੀ ਉਹਨਾਂ ਇਨਸੈਂਟਿਵ ਨਹੀਂ ਰਹਿੰਦਾ, ਐਂਥੂਸੀਆਜ਼ਮ ਨਹੀਂ ਰਹਿੰਦਾ ਜਿਹੜਾ ਟੈਕਸ ਪੇ ਕਰ ਰਿਹਾ। ਇਸ ਕਰਕੇ ਉਹ ਵੀ ਵਨ ਵੇ ਔਰ ਦਾ ਅਦਰ ਕੋਸ਼ਿਸ਼ ਕਰਦਾ ਕਿ ਮੈਂ ਕਿਹੜੇ ਤਰੀਕੇ ਦੇ ਨਾਲ ਟੈਕਸ ਨੂੰ ਇਵੇਡ ਕਰਾਂ। ਇਮਾਨਦਾਰ ਟੈਕਸ ਪੇਅਰ ਜਿਹੜੇ ਨੇ ਉਹ ਤਾਂ ਰਹਿਣਗੇ ਜਦੋਂ ਨੂੰ ਪਤਾ ਵੀ ਮੇਰੀ ਕੋਈ ਰਿਕੋਗਨੀਸ਼ਨ ਹੈ ਜਾਂ ਕਿਸੇ ਪਾਸੇ। ਮੈਂ ਹਮੇਸ਼ਾ ਇਹ ਕਹਿੰਦੀ ਹੁੰਨੀ ਆ ਕਿ ਕਮ ਸੇ ਕਮ ਜਿਹੜੇ ਟੈਕਸ ਪੇਅਰ ਨੇ, ਹਾਈ ਟੈਕਸ ਪੇਅਰਸ ਨੇ, ਤੁਸੀਂ ਲਾਈਨ ਦੇ ਵਿੱਚ ਹੀ ਉਹਨਾਂ ਨੂੰ ਪ੍ਰਾਇੋਰਟੀ ਦੇ ਦਿਓ, 에ਅਰਪੋਰਟ ਦੇ ਉੱਤੇ ਹੀ ਕੋਈ ਪਹਿਲੇ ਨੰਬਰ ਦੇ ਉੱਤੇ ਉਹਨੂੰ ਦੇ ਦਿਓ ਵੀ ਚੈੱਕ ਇਨ ਪਹਿਲਾਂ ਕਰ ਲਓ ਜਾਂ ਕੁਝ ਰੰਗ ਬਦਲ ਦਿਓ, ਕੋਈ ਰਿਕੋਗਨੀਸ਼ਨ ਤੇ ਦਿਓ ਉਹਨੂੰ ਬੰਦੇ ਨੂੰ, ਤਾਂ ਕਿ ਇੱਕ ਕਿਸਮ ਦਾ ਬਾਕੀ ਲੋਕਾਂ ਲਈ ਵੀ ਡੈਮੋਨਸਟ੍ਰੇਸ਼ਨ ਇਫੈਕਟ ਹੋਵੇ, ਮੋਟੀਵੇਸ਼ਨ ਇਫੈਕਟ ਹੋਵੇ। ਹਾਂ ਠੀਕ ਹੈ ਸਰਕਾਰਾਂ ਨੂੰ ਟੈਕਸ ਚਾਹੀਦੇ ਆ ਔਰ ਸਾਨੂੰ ਐਜ਼ ਅ ਸਿਟੀਜ਼ਨ ਉਸ ਕੰਟਰੀ ਤੇ ਦੇਣੇ ਵੀ ਚਾਹੀਦੇ ਹੈਗੇ ਜੇ ਅਸੀਂ ਦੇਣੇ ਆ, ਜੇ ਅਸੀਂ ਸਲੈਬ ਦੇ ਅੰਡਰ ਆਉਨੇ ਆ, ਪਰ ਉਹ ਟੈਕਸ ਜਿਹੜਾ ਕਲੈਕਸ਼ਨ ਹੁੰਦੀ ਹੈ ਉਹ ਉਹਦੇ ਵਿੱਚ ਲੀਕੇजेस ਨਹੀਂ ਚਾਹੀਦੀਆਂ। ਨਹੀਂ ਪਰ ਉਹ ਲੱਗੇ ਤਾਂ ਠੀਕ ਢੰਗ ਨਾਲ ਹੀ। ਦੇਖੋ ਜਿਵੇਂ ਤੁਸੀਂ ਕਿਹਾ ਮੰਨ ਲਓ ਤੁਸੀਂ ਮੇਰੇ ਅਸੀਂ 5 ਮੈਂਬਰਾਂ ਦੀ ਪੰਜੇ ਦੇ ਪੰਜੋਂ ਅਸੀਂ ਟੈਕਸ ਦਿੰਦੇ ਆ, ਜੇ ਇੱਕ ਬੰਦੇ ਤੇ 12000 ਟੈਕਸ ਲੱਗ ਜਾਏਗਾ ਪ੍ਰੋਫੈਸ਼ਨਲ ਟੈਕਸ ਤੇ ਮੇਰੇ ਘਰ ਤੇ 60000 ਰੁਪਏ ਠੁੱਕ ਗਿਆ ਨਾ ਸਾਲ ਦਾ। ਤੇ ਜੇ ਤੁਸੀਂ 5 ਬੰਦੇ ਕੰਮ ਕਰਦੇ ਹੋ ਤੁਹਾਨੂੰ 60000 ਲੱਗ ਗਿਆ ਤੇ ਉਹਦੇ ਬਦਲੇ ਸਰਕਾਰ ਨੇ ਤੁਹਾਨੂੰ ਦਿੱਤਾ ਕੀ? ਬਿਲਕੁਲ ਇਹੀ ਤਾਂ ਫਿਰ ਐਕਸਪੈਕਟ ਕਰਦੇ ਨੇ ਹਰ ਟੈਕਸ ਪੇਅਰ ਐਕਸਪੈਕਟ ਕਰਦਾ ਕਿ ਉਹਦੇ ਬਦਲੇ ਦੇ ਵਿੱਚ ਜਿਵੇਂ ਰਿਕੋਗਨੀਸ਼ਨ ਦੇ ਵਿੱਚ ਤਾਂ ਕੁਝ ਨਹੀਂ ਜਾਂਦਾ ਨਾ, ਉਹਦੇ ਵਿੱਚ ਤਾਂ ਕੋਈ ਨਹੀਂ ਜਾਂਦਾ, ਸਿਰਫ ਇਹਦੇ ਨਾਲ ਹੈ ਕਿ ਇੱਕ ਕਿਸਮ ਦਾ ਇਨਸੈਂਟਿਵ ਬਾਕੀਆਂ ਨੂੰ ਵੀ ਇਨਸੈਂਟਿਵ ਹੋਏਗਾ। ਤੁਹਾਨੂੰ ਲੱਗਦਾ ਸਰਕਾਰਾਂ ਨੂੰ ਕੋਈ ਇਸ ਤਰ੍ਹਾਂ ਦੀ ਪਾਲਿਸੀ ਫਰੇਮ ਕਰਨੀ ਚਾਹੀਦੀ ਵੀ ਉਹਨਾਂ ਦਾ ਰੈਕੋਗਨਾਈਜੇਸ਼ਨ ਅਲੱਗ ਹੋ? ਬਿਲਕੁਲ ਉਹਦੇ ਵਿੱਚ ਤਾਂ ਜੀ ਇੱਕ ਪਰਸਾ ਇਹਨਾਂ ਨੇ ਗੱਲ ਕੀਤੀ ਵੀ ਕਹਿੰਦੇ ਵੀ ਪੰਜਾਬ ਪੁਲਿਸ ਦੀਆਂ ਭਰਤੀਆਂ ਬੰਦ ਕਰ ਦਿਓ ਤੇ ਉਹ ਤੇ ਦੇਖੋ ਨਾ ਜੀ ਕ੍ਰਾਈਮ ਵੱਧ ਜਾਏਗਾ। ਪਹਿਲੇ ਹੀ ਤਾਂ ਪੁਲਿਸ ਤੇ ਵਿਚਾਰੀ ਪਹਿਲੇ ਹੀ ਬਹੁਤ ਘੱਟ ਹੈ ਜੇ ਅਸੀਂ ਗੱਲ ਕਰੀਏ ਤੇ ਘੱਟ ਨਹੀਂ ਹੈ ਜੀ। ਪੁਲਿਸ ਨੂੰ ਆਪਣੀ ਡਿਊਟੀ ਜਿਹੜੀ ਡਿਸਚਾਰਜ ਕਰਨ ਦੀ ਘੱਟ ਦੀ ਗੱਲ ਨਹੀਂ ਹੈਗੀ। ਇਹ ਜੇ ਇੱਥੇ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਜਾਂ ਇਹ ਗੱਲ ਹੋਏਗੀ, ਇਹ ਵਿਊ ਪੁਆਇੰਟ ਹੋਏਗਾ ਕਿ ਇਹ ਜਿਹੜੇ VIP ਕਲਚਰ ਇੰਨਾ ਉਹਦੇ ਚ ਸਿਕਿਉਰਿਟੀ, ਹਾਈ ਸਿਕਿਉਰਿਟੀ, ਇੱਕ ਗੱਡੀ ਹੁੰਦੀ ਉਹਦੇ ਨਾਲ 15 ਪੁਲਿਸਮੈਨ ਜਿਹੜੇ ਨਾਲ ਜਾਂਦੇ ਨੇ, ਉਹ ਅਨਪ੍ਰੋਡਕਟਿਵ ਹੈ। ਉਹ ਭਰਤੀ ਜਿਹੜੀ ਉਹੀ ਲੋਕਾਂ ਦੀ ਸੁਰੱਖਿਆ ਵਾਸਤੇ ਲਗਾਈ ਜਾਵੇ ਉਹ ਪੁਲਿਸ, ਤਾਂ ਫਿਰ ਇਹਦੇ ਚ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੋਏਗਾ। ਤੇ ਮਤਲਬ ਉਹ ਗੱਲ ਹੈ ਕਿ ਯੂਟਿਲਾਈਜੇਸ਼ਨ ਜਿਹੜੀ ਉਹ ਠੀਕ ਤਰੀਕੇ ਨਾਲ ਪ੍ਰੋਪਰ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਹੈ। ਉਹਦੇ ਵਿੱਚ ਭਰਤੀ ਕਰਨੀ ਜ਼ਰੂਰੀ ਹੈ, ਐਮਪਲੋਇਮੈਂਟ ਵੀ ਦੇਣੀ ਜ਼ਰੂਰੀ ਹੈ, ਲੋਕਾਂ ਦੀ ਸਿਕਿਉਰਿਟੀ ਵੀ ਜ਼ਰੂਰੀ ਹੈਗੀ ਹੈ, ਕ੍ਰਾਈਮ ਰੇਟ ਨੂੰ ਵੀ ਬਚਾਉਣਾ ਜ਼ਰੂਰੀ ਹੈਗਾ। ਅੱਛਾ ਇੱਕ ਪ੍ਰਸ਼ਾਬ ਇੱਕ ਡਾਕਟਰ ਮਨਮੋਹਨ ਸਿੰਘ ਦਾ ਸਟੇਟਮੈਂਟ ਆਉਂਦਾ ਹੈ ਕੁਝ ਚਿਰ ਪਹਿਲੇ ਆਇਆ ਸੀ, ਉਹਨਾਂ ਨੇ ਕਿਹਾ ਵੀ ਇਸ ਵੇਲੇ ਜੋ ਦੇਸ਼ ਦੀ ਇਕਨੋਮੀ ਹੈ 1990-91 ਨਾਲੋਂ ਵੀ ਖਰਾਬ ਬਿਲਕੁਲ ਖਰਾਬ। ਤੇ ਉਹਦੇ ਲਈ ਕਿਆ ਉਦੋਂ ਉਹਨਾਂ ਨੇ ਜਿਹੜੇ ਰਿਫਾਰਮਸ ਜਿਹੜੇ ਲਿਆਂਦੇ ਉਹ ਠੀਕ ਨਹੀਂ ਹੈ ਜਾਂ ਜਿਹੜੀ ਮੌਜੂਦਾ ਸਰਕਾਰ ਹੈ ਇਹ ਠੀਕ ਕੰਮ ਨਹੀਂ ਕਰ ਰਹੀ? ਰਿਫਾਰਮਸ ਦੇਖੋ ਜੀ, ਉਸ ਟਾਈਮ ਦੇ ਤੇ ਜਦੋਂ ਰਿਫਾਰਮਸ ਇੰਪਲੀਮੈਂਟ ਹੋਏ ਤਾਂ ਇਕਨੋਮੀ ਗਰੋ ਕੀਤੀ, 2 ਡਿਜਿਟ ਲੈਵਲ ਤੱਕ ਵੀ ਗਰੋਥ ਰੇਟ ਹੋਇਆ। ਇਹਦਾ ਮਤਲਬ ਤੇ ਹੁਣ ਕੁਝ ਨਾ ਕੁਝ ਹੌਲੀ ਕਿਤੇ ਕੰਪਰੋਮਾਈਜ਼ ਹੋਇਆ ਵੀ ਜਿਹੜੇ ਰਿਫਾਰਮਸ ਸੀਗੇ ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਰਹੀਆਂ ਨੇ। ਸਰਕਾਰਾਂ ਦਾ ਧਿਆਨ ਜਿਹੜਾ ਇਹਦੇ ਪਾਸੇ ਸੀਰੀਅਸ ਨਹੀਂ ਸ਼ੋ ਕੀਤੀ ਸਰਕਾਰਾਂ ਨੇ ਵੀ ਕਿਸ ਤਰੀਕੇ ਦੇ ਨਾਲ ਇੰਪਲੀਮੈਂਟ ਕੀਤੇ ਜਾਣੇ ਚਾਹੀਦੇ। ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਰਿਫਾਰਮਸ ਦੇ ਵਿੱਚ ਉਸ ਵੇਲੇ ਦੀ ਕੋਈ ਪ੍ਰੋਬਲਮ ਨਹੀਂ ਸੀਗੀ, ਕਿਉਂਕਿ ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਗਲੋਬਲਾਈਜੇਸ਼ਨ ਜਾਂ ਲਿਬਰਲਾਈਜੇਸ਼ਨ ਦਾ ਜ਼ਮਾਨਾ ਹੈ, ਉਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਸੈਲਫ ਸਸਟੇਨੇਬਿਲਿਟੀ, ਕਿਉਂਕਿ ਕੰਪੈਰੀਟਿਵ ਕਾਸਟ ਦਾ ਜੇ ਅਸੀਂ ਗੱਲ ਕਰਦੇ ਹਾਂ ਵੀ ਜਿਹੜੀਆਂ ਚੀਜ਼ਾਂ ਅਸੀਂ ਇੱਥੇ ਪ੍ਰੋਡਿਊਸ ਕਰਦੇ ਹਾਂ ਉਹ ਘੱਟ ਕਾਸਟ ਤੇ ਕਰਦੇ ਅਸੀਂ ਬਾਹਰ ਭੇਜਦੇ ਆ, ਤੇ ਜਿਹੜੇ ਉਧਰ ਬਾਹਰਲੇ ਕੰਟਰੀਜ਼ ਘੱਟ ਕਾਸਟ ਤੇ ਪ੍ਰੋਡਿਊਸ ਕਰਦੇ ਤੇ ਇੱਧਰ देयर इज नो ਹਾਰਮ, ਕਿਉਂਕਿ ਸਾਨੂੰ ਕਮ ਸੇ ਕਮ ਚੀਜ਼ ਦੀ ਅਵੇਲੇਬਿਲਿਟੀ ਘੱਟ ਕਾਸਟ ਤੇ ਹੋਣੀ ਚਾਹੀਦੀ ਹੈ। ਬਸ ਦੈਟ ਇਜ਼ ਦਾ ਪੁਆਇੰਟ। ਉਹਦੇ ਨਾਲ ਕਿ ਇਕਨੋਮੀਜ਼ ਨੂੰ ਓਪਨ ਅਪ ਕਰਨਾ ਜਾਂ ਲਿਬਰਲਾਈਜ਼ ਕਰਨਾ ਜਾਂ ਗਲੋਬਲਾਈਜ਼ ਕਰਨਾ, देयर वाज नो ਹਾਰਮ, ਬਟ ਹਾਂ ਪ੍ਰੋਵਾਈਡਡ ਇਹ ਸਾਰੇ ਰਿਫਾਰਮਸ ਜਿਹੜੇ ਨੇ ਉਹ ਉਹਦੀ ਟਰੂ ਸੈਂਸ ਦੇ ਵਿੱਚ ਇੰਪਲੀਮੈਂਟ ਕੀਤੇ ਜਾਣੇ ਚਾਹੀਦੇ। ਅੱਛਾ ਇੱਕ ਪਾਸੇ ਤੁਹਾਨੂੰ ਨਹੀਂ ਲੱਗਦਾ ਜਿਵੇਂ ਹੁਣ ਸਰਕਾਰ ਤਾਂ ਜਾਣ ਵਾਲੀ ਜੀ, ਪੰਜਾਬ ਸਰਕਾਰ ਦੀ ਸੀ ਗੱਲ ਕਰੀਏ 6 ਮਹੀਨੇ ਆਲਮੋਸਟ ਆ ਗਏ ਇਲੈਕਸ਼ਨਸ ਨੂੰ,
ਤੇ 2 ਮਹੀਨੇ ਪਹਿਲੇ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਤੇ ਇਹਨਾਂ ਨੇ ਜਿਹੜੀ ਇਹ ਮੌਂਟੇਕ ਸਿੰਘ ਦੇ ਜਿਹੜੇ ਇਹਨਾਂ ਨੇ ਫਾਰਮ ਕੀਤੀ ਹੈ ਕਮੇਟੀ, ਇਹ ਬਹੁਤ ਲੇਟ ਕੀਤੀ ਹੈ ਕਿਉਂਕਿ ਇਹਨਾਂ ਨੂੰ ਆਈ ਵਾਸ਼ ਤੇ ਨਹੀਂ ਹੈ ਵੀ ਲੋਕਾਂ ਦਾ ਵੀ ਅਸੀਂ ਰਿਫਾਰਮਸ ਲੈਣੀ ਹੈ, ਕਿਉਂਕਿ ਉਹਨਾਂ ਦਾ ਟਾਈਮ ਤਾਂ ਹੈ ਨਹੀਂ। ਦੇ ਹੈ ਜਿੱਥੇ ਕਿ ਹੁਣ ਪੋਲੀਟੀਕਲ ਵਿਲ ਨਹੀਂ ਹੋਏਗੀ ਇਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ, ਕਿਉਂਕਿ ਇੱਥੇ ਤਾਂ ਉਹਨਾਂ ਨੂੰ ਲੱਗੇਗਾ ਕਿ ਇਹ ਤਾਂ ਬਿਲਕੁਲ ਰਿਸਕੀ ਹੈ ਇਸ ਟਾਈਮ ਦੇ ਉੱਤੇ। ਹੁਣ ਉਹਨਾਂ ਨੂੰ ਇਹ ਲੱਗਿਆ ਵੀ ਹਾਂ ਅਸੀਂ ਥੋੜਾ ਜਿਹਾ ਮਤਲਬ ਸ਼ੋਅ ਕਰ ਦਈਏ ਵੀ ਅਸੀਂ ਵੀ ਆਰ ਸੀਰੀਅਸ ਅਬਾਊਟ ਦਾ ਇਕਨੋਮੀ, ਕਿ ਅਸੀਂ ਉਹਦੀ ਇਕਨੋਮਿਕ ਹਾਲਤ ਨੂੰ ਸੁਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਮੋਰ ਔਰ ਲੈਸ ਤੇ ਇਹੀ ਲੱਗ ਰਿਹਾ ਹੈਗਾ, ਕਿਉਂਕਿ ਜਦੋਂ ਇੰਟਰਮ ਰਿਪੋਰਟ ਪਿਛਲੇ ਸਾਲ ਵੀ ਆਈ ਸੀ ਤੇ ਉਦੋਂ ਤੋਂ ਕਿਉਂ ਨਹੀਂ ਇਹਨੂੰ ਕੀਤਾ ਗਿਆ, ਇਹਨੂੰ ਇਨੀਸ਼ੀਏਟ ਕੀਤਾ ਗਿਆ, ਜੇ ਇਹਨੂੰ ਤੁਸੀਂ ਐਕਸਪੀਡਾਈਟ ਕਿਉਂ ਨਹੀਂ ਕੀਤਾ ਗਿਆ ਵੀ ਤੇਜ਼ੀ ਦੇ ਨਾਲ ਇਹਦੇ ਵਿੱਚ ਜਿਹੜੇ ਰਿਫਾਰਮਸ ਨੇ ਇੰਪਰੂਵ ਹੁਣ ਚਾਂਸ ਕਿੱਥੇ ਹੈ ਇਹਨੂੰ ਇੰਪਰੂਵ ਲਗਾਉਣ ਦੇ ਵਿੱਚ। ਅੱਛਾ ਪਰ ਸਾਹਿਬ ਇੱਕ ਲੋਕਾਂ ਦਾ ਬੜਾ ਸਵਾਲ ਰਹਿੰਦਾ ਹੈ ਜੀ, ਲੋਕ ਕਹਿੰਦੇ ਵੀ ਇਹ ਸਰਕਾਰਾਂ ਕਹਿੰਦੀਆਂ ਵੀ ਸਾਡੇ ਕੋਲ ਖਜ਼ਾਨਾ ਖਾਲੀ, ਟੈਕਸ ਪੈਸੇ ਨਹੀਂ ਹੈਗੇ। ਇੱਕ ਕਾਮਨ ਮੈਨ ਤਾਂ ਹਰ ਚੀਜ਼ ਤੇ ਟੈਕਸ ਦੇ ਰਿਹਾ ਜੀ, ਤੇ ਚਾय ਪੱਤੀ ਖਰੀਦਾ ਉੱਤੇ ਟੈਕਸ ਹੈ, ਤੇਲ ਖਰੀਦਾ ਉੱਤੇ ਟੈਕਸ ਹੈ, ਕਾਰ ਖਰੀਦਾ ਉੱਤੇ ਟੈਕਸ ਹੈ। ਤੁਸੀਂ ਕਾਰ ਖਰੀਦ ਲੈਂਦੇ ਹੋ ਪਹਿਲੇ ਉੱਥੇ ਰੋਡ ਟੈਕਸ ਦਾ ਪੈਸਾ ਦੇ ਕੇ ਆਉਂਦੇ ਹੋ, ਫਿਰ ਤੁਸੀਂ ਟੋਲ ਟੈਕਸ ਦਿੰਦੇ ਹੋ, ਸਭ ਕੁਝ ਟੈਕਸ ਦਿੰਦੇ ਹੋ। ਤੇ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਉੱਪਰ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੈ, ਤੇ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਸਾਰੀ ਕਿਤੇ ਨਾ ਕਿਤੇ ਖਰਾਬੀ ਕਿੱਥੇ ਹੈ? ਖਰਾਬੀ ਤੇ ਉਹੀ ਹੈ ਜੀ, ਫਿਰ ਉਸ ਗੱਲ ਦੇ ਉੱਤੇ ਸੀਰੀਅਸਨੈਸ ਦੀ ਆਪਾਂ ਗੱਲ, ਕਮਿਟਮੈਂਟਸ ਨਹੀਂ ਹੈ ਕਿਸੇ ਦੀਆਂ। ਜਦੋਂ ਆਪਾਂ ਗੱਲ ਕਰਦੇ ਵੀ ਸੀਰੀਅਸਨੈਸ ਹੋਣੀ ਚਾਹੀਦੀ, ਕਮਿਟਮੈਂਟਸ ਹੋਣੀਆਂ ਚਾਹੀਦੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਓਨੈਸਟੀ, ਜੇ ਓਨੈਸਟ ਟੈਕਸ ਪੇਅਰ ਓਨੈਸਟਲੀ ਟੈਕਸ ਦੇ ਰਿਹਾ, ਚਾਹੇ ਅੰਡਰ ਕੰਪਲਸ਼ਨ ਦੇ ਰਿਹਾ ਜਾਂ ਕੁਝ ਕਰ ਰਿਹਾ, ਤੇ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਇਹ ਬਣਦੀ ਹੈ ਕਿ ਉਸ ਟੈਕਸ ਮਨੀ ਨੂੰ ਵੇਸਟ ਨਾ ਜਾਣ ਦੇਵੇ ਇਧਰੋਂ ਉਧਰੋਂ ਕਿਸੇ ਨਾ ਕਿਸੇ ਨੂੰ, ਸਿਰਫ ਉਹੀ ਵੋਟਾਂ ਦੇ ਲਾਲਚ ਦੇ ਵਿੱਚ ਜਾਂ ਆਪਣੇ ਜਿਹੜੇ ਇਰਦ ਗਿਰਦ ਤੁਸੀਂ ਪੋਲੀਟੀਕਲ ਸਫੀਅਰ ਹੈਗਾ ਉਹਦੇ ਵਿੱਚ ਆਪਸ ਦੇ ਵਿੱਚ ਡਿਸਟ੍ਰੀਬਿਊਸ਼ਨ ਬੂਟੀ ਜਿਹੜੀ ਉਹ ਵੰਡਣ ਦੇ ਵਿੱਚ ਨਹੀਂ ਜਾਣਾ ਚਾਹੀਦਾ। ਉਹਦੇ ਵਿੱਚ ਤੋਂ ਦੇਖੋ ਪੈਸਾ ਆਮ ਬੰਦਾ ਤੇ ਟੈਕਸ ਦਿੰਦਾ ਜੀ, ਲੀਡਰਾਂ ਨੂੰ ਸਭ ਕੁਝ ਫ੍ਰੀ ਹੈ, ਇਹਨਾਂ ਦੀ ਤਨਖਾਹ ਵੀ ਫ੍ਰੀ ਹੈ, ਬਿਲਕੁਲ ਕਿੰਨੀਆਂ ਪੈਨਸ਼ਨਸ ਹੁੰਦੀਆਂ ਨੇ, ਸਭ ਕੁਝ ਹੁੰਦਾ ਹੈ ਤੇ ਉਹਦੇ ਵਿੱਚ ਇੰਨੀਆਂ ਇਲਾਜ ਕਰਾਉਂਦੇ ਆ, ਉਹ ਬਾਹਰ ਕਰਾਉਣ ਜਾਂਦੇ ਆ, ਇਹਨਾਂ ਨੂੰ ਫੈਸਿਲਿਟੀਜ਼ ਬਹੁਤ ਹੈ। ਕਾਮਨ ਮੈਨ ਵਾਸਤੇ ਇਹਦਾ ਮਤਲਬ ਇਹ ਕੰਟਰੀ ਜਿਹੜਾ ਹੈ ਕਾਮਨ ਮੈਨ ਵਾਸਤੇ ਨਹੀਂ, ਲੀਡਰਾਂ ਵਾਸਤੇ ਰਹਿ ਗਿਆ। ਬਿਲਕੁਲ, ਹਾਲਾਂਕਿ ਕਨਸੈਪਟ ਸਟੇਟ ਦੀ, ਵੈਲਫੇਅਰ ਸਟੇਟ ਦੀ ਕਨਸੈਪਟ ਇਹੀ ਹੈ ਕਿ ਪਹਿਲਾਂ ਪਬਲਿਕ, ਉਸ ਤੋਂ ਬਾਅਦ ਜਿਹੜੇ ਲੀਡਰ ਹੋਣੇ ਚਾਹੀਦੇ ਨੇ। ਪਰ ਇੱਥੇ ਉਲਟਾ ਹੋ ਗਿਆ ਜੀ, ਬਟ ਇੱਥੇ ਸੋਚ ਉਲਟੀ ਹੈਗੀ ਹੈ, ਇੱਥੇ ਸਾਰਾ ਕੁਝ ਉਲਟਾ ਹੋ ਰਿਹਾ। ਸੋ ਬਸ ਮੈਂ ਕੁਝ ਭੁੱਲ ਗਿਆ ਹਾਂ, ਮੌਂਟੇਕ ਸਿੰਘ ਹੋਣਾ ਦੀ ਕੋਈ ਰਿਪੋਰਟ ਹੈ ਜਿਹਦੇ ਉਹਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋ? ਹਾਂ, ਮੈਂ ਮੌਂਟੇਕ ਸਿੰਘ ਹੋਣਾ ਦੀ ਰਿਪੋਰਟ ਦੇ ਵਿੱਚੋਂ ਜਿਹੜੀ ਮੈਂ ਗੱਲ ਕਰਾਂਗੀ, 1-2 ਪੁਆਇੰਟਸ ਜਿਹੜੇ ਨੇ ਵਰਥ ਐਪਰੀਸੀਏਸ਼ਨ ਹੈਗੇ, ਜਿਹਦੇ ਮਤਲਬ ਜੇ ਉਹਨਾਂ ਨੇ ਖਾਸ ਕਰਕੇ ਹੈਲਥ ਕੇਅਰ ਦੀ ਗੱਲ ਕੀਤੀ ਹੈ ਕਿ ਸਾਨੂੰ ਘੱਟੋ ਘੱਟ ਨਹੀਂ ਤਾਂ 20% ਜਿਹੜਾ ਇਨਕਰੀਜ਼ ਐਕਸਪੈਂਡੀਚਰ ਕਰਨਾ ਚਾਹੀਦਾ ਹੈ ਉਹਦੇ ਤੇ ਫॉर द ਕਮਿੰਗ 5 ਇਅਰਸ। ਗੱਲ ਤਾਂ ਉੱਥੇ ਆਂਦੀ ਨਾ ਪੈਸੇ ਹੀ ਨਹੀਂ ਹੈਗੇ, ਪੈਸੇ ਨਹੀਂ ਹੈ ਗੱਲ ਤੇ ਉਹ, ਕਿਉਂਕਿ ਹੁਣ ਆਪਾਂ ਨੂੰ ਐਕਸਪੋਜ਼ ਕਰ ਦਿੱਤਾ ਕੋਵਿਡ-19 ਨੇ, ਕਿੰਨਾ ਕੁ ਕਰੰਬਲਿੰਗ ਹੈਲਥ ਸਿਸਟਮ ਦਾ ਕੀ ਹੈਗਾ ਸੀਗਾ। ਹੁਣ ਅੱਗੋਂ ਥਰਡ ਵੇਵ ਆ ਰਹੀ ਹੈ, ਸਾਨੂੰ ਆਪਣੀ ਤਿਆਰੀ ਕਰਨ ਵਾਸਤੇ, ਥਰਡ ਵੇਵ ਦੀ ਤਿਆਰੀ ਕਰਨ ਵਾਸਤੇ ਐਕਸਪੈਂਡੀਚਰ ਕਰਤੇ ਹੈਲਥ ਸਿਸਟਮ ਉਹਨਾਂ ਦੀ ਮਸਾਲੇ ਤੁਹਾਨੂੰ ਕੱਟ ਰਹੇ ਮਨੀ ਮੇਕਸ ਦਾ ਮੇਅਰ ਗੋ, ਜਦੋਂ ਪੈਸਾ ਹੀ ਉਹ ਕਹਿੰਦੀ ਸਰਕਾਰਾਂ ਕਹਿੰਦੇ ਕਿ ਸਾਡੇ ਕੋਲ ਕੁਝ ਹੈ ਹੀ ਨਹੀਂ ਹੈ। ਨਹੀਂ, ਨਾਲੇ ਇਹਨਾਂ ਦੀ ਪ੍ਰਾਇੋਰਟੀ ਨਹੀਂ ਨੇ ਜੀ, ਦੇਖੋ ਇਹਨਾਂ ਨੇ ਆਪਣੇ ਇਲਾਜ ਤਾਂ ਪ੍ਰਾਈਵੇਟਾਂ 'ਚ ਕਰਾਉਣੇ ਆ ਜਾਂ ਬਾਹਰੋਂ ਕਰਾਉਣੇ ਆ। ਇਹ ਤਾਂ ਕਾਮਨ ਮੈਨ ਰਹਿ ਜਾਂਦਾ ਜਿਹੜਾ ਸਫਰਰ ਹੁੰਦਾ ਹੈ ਹਮੇਸ਼ਾ। ਕਾਮਨ ਮੈਨ ਟੈਕਸ ਵੀ ਦਵੇ ਤੇ ਕਾਮਨ ਮੈਨ ਕੁੱਟ ਵੀ ਖਾਏ। ਬਿਲਕੁਲ, ਇਹੀ ਤੇ ਗੱਲ ਹੈਗੀ ਨਾ ਇਹਦੇ ਵਿੱਚ। ਉਹਦੇ ਜੀ ਤੇ ਹੋਰ ਜਿਹੜੀ ਉਹਨਾਂ ਨੇ ਬੇਸਿਕਲੀ ਇੰਡਸਟਰੀ ਦੀ, ਇੰਡਸਟਰੀਅਲ ਏਸਟੇਟਸ ਦੀ ਗੱਲ ਕੀਤੀ ਹੈ ਵੀ ਇੰਡਸਟਰੀਅਲ ਏਸਟੇਟਸ ਐਸਟੈਬਲਿਸ਼ ਹੋਣੀਆਂ ਚਾਹੀਦੀਆਂ ਨੇ, ਉਹ ਵੀ ਮੈਂ ਮੰਨਦੀ ਹਾਂ। ਪਰ ਉੱਥੇ ਫੇਰ ਆ ਕੇ ਆਉਂਦੀ ਗੱਲ ਕਿ ਸਰਕਾਰਾਂ ਦੀ ਡਿਊਟੀ ਹੈ ਕਿ ਸਾਰਾ ਇਨਫਰਾਸਟ੍ਰਕਚਰ ਦੇਵੇ, ਉੱਥੇ ਰੋਡਸ ਦੇਵੇ, ਉੱਥੇ ਪਾਵਰ ਸਪਲਾਈ ਦੇਵੇ, ਤਾਂ ਹੀ ਇੰਡਸਟਰੀਅਲ ਏਸਟੇਟਸ ਹੋਣਗੀਆਂ, ਪ੍ਰਾਈਵੇਟ ਇਨਵੈਸਟਮੈਂਟ ਵੀ ਤਾਂ ਹੀ ਆਏਗੀ। ਨਹੀਂ ਤਾਂ ਇੰਡਸਟਰੀ ਇੱਥੋਂ ਜਾ ਕੇ ਵੱਧਦੀ ਜਾ ਰਹੀ ਹੈ, ਹਿਮਾਚਲ ਜਾ ਰਹੀ, J&K ਦੇ ਵਿੱਚ ਜਾ ਰਹੀ, ਬਾਰਡਰਸ ਉੱਤੇ ਜਾ ਰਹੀ, ਕਿਉਂ ਜਾ ਰਹੀ ਹੈ? ਕਿਉਂਕਿ ਇੱਥੇ ਕੰਪਲਿਕੇਸ਼ਨਸ ਬਹੁਤ ਹੈ। ਕੰਪਲਿਕੇਸ਼ਨਸ ਤੁਹਾਡੇ ਕੋਲ ਉਹ ਤੇ ਬਿਜਲੀ ਨਹੀਂ ਆਉਣੀ, ਤੁਹਾਡੇ ਕੋਲ ਹੋਰ ਕੋਈ ਇਨਫਰਾਸਟ੍ਰਕਚਰ ਨਹੀਂ ਹੈਗਾ, ਕੋਈ ਜਦੋਂ ਤੁਸੀਂ ਇੱਕ ਲਾਇਸੈਂਸ ਲੈਣਾ ਉਹਦੇ ਵਾਸਤੇ ਈਜ਼ ਆਫ ਡੂਇੰਗ ਬਿਜ਼ਨਸ ਜਿਹਨੂੰ ਅਸੀਂ ਗੱਲ ਕਰਦੇ ਹਾਂ ਉਹ ਨਹੀਂ ਹੈਗਾ। ਤੇ ਕਿਸ ਤਰ੍ਹਾਂ ਅਸੀਂ ਸੋਚ ਸਕਦੇ ਹਾਂ ਕਿ ਇੱਥੇ ਇੰਡਸਟਰੀ ਵੀ ਐਸਟੈਬਲਿਸ਼ ਹੋਵੇ? ਐਗਰੀਕਲਚਰ ਸੈਕਟਰ ਵੈਸੇ ਡਾਊਨ ਜਾ ਰਿਹਾ ਤੇ ਉਹਦੇ ਚੋਂ ਇੰਡਸਟਰੀਅਲ ਸੈਕਟਰ ਜਿਹੜਾ ਤੁਸੀਂ ਗਵਰਨਮੈਂਟ ਸਰਕਾਰ ਜਿਹੜੀ ਫੈਸਿਲਿਟੇਟ ਨਹੀਂ ਕਰ ਰਹੀ। ਸਰਕਾਰ ਨੂੰ ਚਾਹੀਦਾ ਕਿ ਪੰਪ ਪ੍ਰਾਈਮਿੰਗ ਆਪ ਪਹਿਲਾਂ ਇਨੀਸ਼ੀਏਟਿਵ ਲੇਵੇ, ਫਿਰ ਪ੍ਰਾਈਵੇਟ ਇਨਵੈਸਟਰਸ ਜਿਹੜੇ ਨੇ ਉਹਦੇ ਸਾਹਮਣੇ ਆਉਣਗੇ। ਤੇ ਪਰ ਸਭ ਤੁਹਾਨੂੰ ਨਹੀਂ ਲੱਗਦਾ ਵੀ ਜਿੰਨਾ ਚਿਰ ਗਵਰਨਮੈਂਟ ਦੀ ਆਪਣੀ ਜਵਾਬਦੇਹੀ ਨਹੀਂ ਬਣੇਗੀ, ਇੱਕ ਹਰ ਸਾਲ ਇੱਕ ਵਾਈਟ ਪੇਪਰ ਇਸ਼ੂ, ਬਜਟ ਲੈਂਦੇ ਆ ਹਾਂਜੀ ਘਾਟੇ ਦਾ ਜਾਂ ਵਾਧੇ, ਇੱਕ ਵਾਈਟ ਪੇਪਰ ਇਸ਼ੂ ਨਹੀਂ ਹੋਏਗਾ ਵੀ ਕਿਆ ਰੀਜ਼ਨ ਰਿਹਾ, ਕਿਉਂ ਕਰਜ਼ਾ ਵਧਿਆ ਤੇ ਕਿਉਂ ਕਰਜ਼ਾ ਵਧ ਰਿਹਾ? ਬਿਲਕੁਲ, ਇਹ ਜਦੋਂ ਤੱਕ ਪਬਲਿਕ ਨੂੰ ਨਹੀਂ ਦੱਸਣਗੇ, ਆਪ ਤਾਂ ਕੁਝ ਦੱਸਦੇ ਨਹੀਂ ਹੈ ਤੇ ਪਬਲਿਕ ਤੇ ਇੰਪਲੀਮੈਂਟ ਇਹਦੇ ਕਰਦੇ ਹੋ। ਵਾਸਤੇ ਫਿਰ ਪਬਲਿਕ ਨੂੰ ਵੀ ਅਵੇਅਰ ਹੋਣਾ ਪਏਗਾ ਨਾ, ਫਿਰ ਪਬਲਿਕ ਵੀ ਹੋਣਾ ਪਏਗਾ ਵੀ ਸਰਕਾਰਾਂ ਤੋਂ ਜਵਾਬ ਮੰਗੋ। ਜਦੋਂ ਤੁਸੀਂ ਉਹਨਾਂ ਨੂੰ ਅਪਾਇੰਟ ਕਰਕੇ ਆਪਣੇ ਲੀਡਰ ਨੂੰ ਇਲੈਕਟ ਕਰਕੇ ਭੇਜਿਆ ਹੈ ਤੇ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰਾਂ ਨੂੰ ਕਹੋ ਕਿ ਆਨਸਰੇਬਲ ਦੇ ਯਾਰ, ਆਨਸਰੇਬਲ ਉਹਨਾਂ ਲਈ ਸਾਨੂੰ ਅਵੇਅਰ ਹੋਣਾ ਪਏਗਾ। ਹਾਂ, ਥੋੜੀ ਜੀ ਯੰਗ ਜਨਰੇਸ਼ਨ ਅੱਜ ਕੱਲ ਦੀ ਥੋੜੀ ਜੀ ਹੋ ਰਹੀ ਹੈ, ਬਟ ਯੰਗ ਜਨਰੇਸ਼ਨ ਇੱਥੇ ਰਹਿੰਦੀ ਕਿੱਥੇ? ਯੰਗ ਜਨਰੇਸ਼ਨ ਤੇ ਸਾਰੀ ਬਾਹਰ ਚਲੀ ਜਾਂਦੀ ਹੈ ਜਿਨ੍ਹਾਂ ਨੇ ਸਿਸਟਮ ਖਰਾਬ ਹੋ ਗਿਆ ਨਾ ਜੀ ਸਾਰਾ। ਬਿਲਕੁਲ, ਉਹਨਾਂ ਨੂੰ ਕੋਈ ਏਮਪਲੋਇਮੈਂਟ ਨਹੀਂ ਮਿਲੇਗੀ। ਅਸੀਂ ਵੀ ਚਾਹਾਂਗੇ ਹਰ ਬੱਚਾ ਵੀ ਬਾਹਰ, ਸਾਡਾ ਵੀ ਬੱਚਾ ਬਾਹਰ ਚਲਾ ਜਾਵੇ, ਉੱਥੇ ਬਾਹਰ ਸੈਟਲ ਹੋ ਜਾਵੇ, ਕਿਉਂਕਿ ਇੱਥੇ ਜੌਬ ਪ੍ਰੋਸਪੈਕਟਸ ਹੈਗੇ ਨੇ। ਇੱਥੇ ਬੱਚੇ ਬੈਠੇ ਨੇ, ਵਿਹਲੇ ਬੈਠੇ ਨੇ, ਪੜ੍ਹਾਈ ਕਰਕੇ ਨਹੀਂ ਇੱਥੇ ਨਾ, ਕਿਉਂਕਿ ਪੈਸਾ ਇਹਨਾਂ ਨੇ, ਤੁਹਾਨੂੰ ਨਹੀਂ ਲੱਗਦਾ ਕਿ ਲੀਡਰਾਂ ਨੇ ਸਾਰੀ ਪਾਵਰ ਸੈਂਟਰਲਾਈਜ਼ ਕਰ ਲਈ ਹੈ, ਸਾਰਾ ਕੰਟਰੋਲ ਆਪਣੇ ਹੱਥ 'ਚ ਰੱਖ ਲਿਆ?
ਹਾਂ ਬਿਲਕੁਲ ਲੱਗਦਾ ਹੈ ਇਸੇ ਤਰ੍ਹਾਂ ਹੀ ਹੈਗਾ। ਉਹਦੇ ਚੋਂ ਤੇ ਕਾਮਨ ਮੈਨ ਦੀ ਸਹੀ ਨਹੀਂ ਹੈਗੀ ਉਹਦੇ ਚੋਂ ਤੇ ਬੰਦੇ ਨੇ। ਕਾਮਨ ਮੈਨ ਦੇ ਤੇ ਟੱਕਰਾਂ ਹੈ ਕਿਤੇ ਦਫ਼ਤਰ 'ਚ ਕੰਮ ਕਰਾਉਣਾ ਹੋਵੇ ਤੇ ਉਹਦੇ ਦੀਵਾਰ ਚ ਦੇ ਤੁਹਾਨੂੰ ਜਿੰਨਾ ਚਿਰ ਜਾਂ ਤੁਹਾਡੀ ਸਿਫਾਰਿਸ਼ ਚਾਹੀਦੀ ਹੈ, ਪੈਸੇ ਫਿਰ ਚਾਹੀਦੇ ਜਾਂ ਪੈਸੇ ਚਾਹੀਦੇ ਜਾਂ ਸਿਫਾਰਿਸ਼ ਚਾਹੀਦੀ ਪੈਸੇ ਤੇ ਤੁਹਾਨੂੰ ਦਿਨ ਦੇਖੋ ਰਜਿਸਟਰੀ ਕਰਾਣੀ ਤਾਂ ਪੈਸੇ, ਕਿਤੇ ਹੋਰ ਤੁਸੀਂ ਕਿ ਦਫ਼ਤਰ 'ਚ ਜਾਣਾ ਤਾਂ ਪੈਸੇ, ਕੋਈ ਕੰਮ ਕਰਾਉਣਾ ਤਾਂ ਪੈਸੇ। ਬਿਲਕੁਲ ਹੈਸਲ ਫ੍ਰੀ ਤਾਂ ਤੁਸੀਂ ਕੋਈ ਕੰਮ ਨਹੀਂ ਕਰਾ ਸਕਦੇ ਤੁਸੀਂ ਉਹਦੇ ਚ। ਤੇ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਸਰ? ਨਹੀਂ ਮੇਰੇ ਹਿਸਾਬ ਨਾਲ ਤੇ ਇਹੀ ਸੀਗਾ ਬਸ ਡਿਜੀਟਾਈਜੇਸ਼ਨ ਦੀ, ਜਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਕਿੱਲ ਫਾਰਮੇਸ਼ਨ ਦੀ ਜ਼ਰੂਰਤ ਹੈ, ਜਿਹੜਾ ਇੱਕ ਹੋਰ ਬਹੁਤ ਵੱਡਾ ਪੁਆਇੰਟ ਹੈ। ਕਿਉਂਕਿ ਸਕਿੱਲ ਗੈਪ ਇੰਨਾ ਜ਼ਿਆਦਾ ਹੋ ਗਿਆ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਸੀ ਕਿ ਸਕਿੱਲ ਗੈਪ ਇਸ ਤਰ੍ਹਾਂ ਕਿ ਜੇ ਕੋਈ ਇੰਜੀਨੀਅਰ ਪ੍ਰੋਡਿਊਸ ਹੁੰਦਾ ਉਹਨੂੰ ਇਨਸਟਰੂਮੈਂਟਸ ਦਾ ਨਹੀਂ ਪਤਾ, ਮਤਲਬ ਕਦੇ ਲੈਬ ਦੇ ਵਿੱਚ ਜਾਂਦਾ ਹੀ ਨਹੀਂ, ਕਦੇ ਵਰਕਸ਼ਾਪ 'ਚ ਹੀ ਨਹੀਂ ਜਾਂਦਾ, ਮਤਲਬ ਕੁਆਲਿਟੀ ਐਜੂਕੇਸ਼ਨ ਨਹੀਂ ਹੋ ਰਹੀ। ਹਾਂ ਬਿਲਕੁਲ ਨਹੀਂ ਹੋ ਰਹੀ। ਉਹਨਾਂ ਦੀ ਐਮਪਲੋਏਬਿਲਿਟੀ ਕਿੱਥੇ ਰਹੇਗੀ ਜੇ ਉਹ ਜਿਹੜੀ ਜੌਬ ਇੰਡਸਟਰੀਅਲਿਸਟ ਮੰਗਦੇ ਨੇ ਜੋ ਡਿਮਾਂਡ ਸਾਈਡ ਤੋਂ ਹੈਗਾ ਉਹ ਸਪਲਾਈ ਸਾਈਡ ਹੈ ਹੀ ਨਹੀਂ। ਮਤਲਬ ਦੇ ਆਰ ਗਿਵਿੰਗ ਓਨਲੀ ਪੀਸ ਆਫ ਪੇਪਰ। ਯੈਸ ਡਿਗਰੀ ਹੈ ਇੱਕ ਉਹਨਾਂ ਦੇ ਕੋਲ, ਡਿਗਰੀ ਹੈਗੀ, ਪ੍ਰੈਕਟੀਕਲ ਨੌਲੇਜ ਕੋਈ ਕੁਝ ਹੈ ਨਹੀਂ, ਤੇ ਵਾਟ ਵਿਲ ਦੇ ਪ੍ਰੋਡਿਊਸ। ਤੇ ਇਹਦੇ 'ਚ ਫਿਰ ਉਹੀ ਸਵਾਲ ਹੈ ਜੀ, ਇਹਦੇ ਲਈ ਜ਼ਿੰਮੇਦਾਰ ਕੌਣ ਹੈ? ਜ਼ਿੰਮੇਦਾਰ ਤਾਂ ਸਿਸਟਮ ਹੈ ਨਾ। ਸਿਸਟਮ ਹੈ, ਬਿਲਕੁਲ ਸਿਸਟਮ ਹੈ, ਸਿਸਟਮ ਇੰਪਰੂਵ ਕਰਨੇ ਪੈਣਗੇ ਉਹਦੇ ਚ ਤਾਂ ਦੇਖ। ਤੇ ਤੁਸੀਂ ਕੁਝ ਹੋਰ ਕਹਿਣਾ ਚਾਹੋ ਐਜ਼ ਅ ਇਕਨੋਮਿਸਟ? ਨਹੀਂ ਬਸ ਐਜ਼ ਐਨ ਇਕਨੋਮਿਸਟ ਮੇਰਾ ਇਹੀ ਕੰਸਰਨ ਹੈ ਕਿ ਪੰਜਾਬ ਦੀ ਇਕਨੋਮੀ ਜਿੱਥੇ ਸੀ, ਜੇ ਅਸੀਂ ਕੋਸ਼ਿਸ਼ ਕਰੀਏ ਜਾਂ ਕਾਮਨ ਮੈਨ ਜਾਂ ਪਬਲਿਕ ਤੇ ਲੀਡਰਸ ਔਰ ਸਾਰੇ ਮਿਲ ਕੇ ਇੱਕ ਗਰੁੱਪ ਬਣਾ ਕੇ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਇਹਦੇ ਨਾਲ ਦੀ ਕੋਈ ਰੀਸ ਨਹੀਂ है कि इकोनॉमी उसी स्टेज ਉੱਤੇ पहुंच जावे। धन्यवाद हमारे साथ बात करने के लिए। ये थे प्रोफेसर हैं, ये देखिए इकोनॉमिस्ट हैं, प्रोफेसर कुलदीप कौर। इनका कहना है कि सरकारों को भी जवाबदेह होना होगा। जो पॉलिसीज जो सरकार जो स्कीमें लाती हैं वो उन लोगों के लिए होनी चाहिए जो वाकई इसके हकदार हैं। जो लोग बेवजह ही इन स्कीमों का फ़ायदा ले रहे हैं उन पर शिकंजा कसना सरकारों का काम है। यदि सरकार का खजाना खाली है तो उसके लिए लोग जिम्मेदार नहीं, सरकारों की नीतियां ही जिम्मेदार हैं। अब समय आ गया है कि लोग अपने नेताओं से सवाल पूछने कर दें, क्योंकि हम 70-75 सालों से गलियों नालियों के विकास से ही बाहर नहीं निकल पाए हैं। अमृतसर से D4 न्यूज़ के लिए दीपक भंडारी की खास रिपोर्ट।